21ਵੀਂ ਸਦੀ ਦਾ ਕਾਰੋਬਾਰ ਰਾਬਰਟ ਟੀ ਕਿਓਸਾਕੀ ਭਾਗ 2 ਅਧਿਆਇ 13 ਸੰਪੱਤੀ 5 ਇੱਕ ਪ੍ਰਤੀਰੂਪਨ ਅਤੇ ਬਹੁ-ਪੱਧਰੀ ਕਾਰੋਬਾਰ। ਇੱਥੇ ਨੈਟਵਰਕ ਮਾਰਕੀਟਿੰਗ ਬਾਰੇ ਵਿੱਚ ਇੱਕ ਅਤ ਮਹੱਤਵਪੂਰਨ ਸੱਚਾਈ ਦੱਸੀ ਜਾ ਰਹੀ ਹੈ ਜਿਸ ਨਾਲ ਤੁਹਾਨੂੰ ਹੈਰਾਨੀ ਹੋ ਸਕਦੀ ਹੈ। ਇਹ ਕਾਰੋਬਾਰ ਉਹਨਾਂ ਲੋਕਾਂ ਲਈ ਨਹੀਂ ਹੈ ਜਿਹੜੇ ਵੇਚਣ ਵਿੱਚ ਬਹੁਤ ਪ੍ਰਤਿਭਾਸ਼ਾਲੀ ਹੋਣ। ਮੈਂ ਕੁਝ ਅਧਿਆਇ ਵਿੱਚ ਪਹਿਲਾਂ ਵਾਅਦਾ ਕੀਤਾ ਸੀ ਕਿ ਜੌਨ ਇਸ ਬਾਰੇ ਜ਼ਿਆਦਾ ਗੱਲਾਂ ਦੱਸਣਗੇ ਅਤੇ ਹੁਣ ਉਹ ਸਮਾਂ ਆ ਚੁੱਕਿਆ ਹੈ। ਰਾਬਰਟ: ਜੌਨ, ਕੀ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ? ਕੀ ਇਹ ਜ਼ਰੂਰੀ ਨਹੀਂ ਹੈ ਕਿ ਸ਼੍ਰੇਸ਼ਠ ਪੈਦਾਇਸ਼ੀ ਸੇਲਜ਼ ਪੀਪਲ ਨੈਟਵਰਕ ਮਾਰਕੀਟਿੰਗ ਵਿੱਚ ਸਭ ਤੋਂ ਜ਼ਿਆਦਾ ਸਫਲ ਹੋ ਪਾਉਣ? ਜੌਨ: ਇਸ ਤੋਂ ਨਾ ਸਿਰਫ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਬਲਕਿ ਅਸਲ ਵਿੱਚ ਮੈਂ ਤਾਂ ਇੱਥੋਂ ਤੱਕ ਕਹਾਂਗਾ ਕਿ ਇੱਕ ਤਰ੍ਹਾਂ ਨਾਲ ਇਸ ਦੇ ਉਲਟ ਸੱਚ ਹੈ। ਨੈਟਵਰਕ ਮਾਰਕੀਟਿੰਗ ਵਿੱਚ ਸਫਲ ਹੋਣ ਲਈ ਕਿਸੇ ਪੈਦਾਇਸ਼ੀ ਸੇਲਜ਼ਮੈਨ ਨੂੰ ਅਕਸਰ ਪਹਿਲੀ ਚੀਜ਼ ਇਹ ਕਰਨੀ ਹੁੰਦੀ ਹੈ ਕਿ ਉਹ ਵੇਚਣ ਬਾਰੇ ਹਰ ਉਹ ਚੀਜ਼ ਭੁੱਲ ਜਾਏ ਜਿਹੜੀ ਉਹ ਜਾਣਦਾ ਹੈ। ਮੈਂ ਜਿੰਨੇ ਵੀ ਬੇਹੱਦ ਸਫਲ ਨੈਟਵਰਕ ਮਾਰਕੀਟਰਜ਼ ਦੇਖੇ ਹਨ, ਜਿਨ੍ਹਾਂ ਵਿੱਚੋਂ ਕੋਈ ਕੋਚ, ਮਾਂ, ਪਾਦਰੀ ਅਤੇ ਟੀਚਰ ਹਨ, ਉਹਨਾਂ ਨੂੰ ਕਹਾਣੀਆਂ ਸੁਣਾਉਣ ਅਤੇ ਦੂਜਿਆਂ ਦੀ ਮਦਦ ਕਰਨ ਵਿੱਚ ਵਾਕਈ ਮਜ਼ਾ ਆਉਂਦਾ ਹੈ। ਨੈਟਵਰਕ ਮਾਰਕੀਟਿੰਗ ਜ਼ਬਰਨ ਵੇਚਣ ਬਾਰੇ ਨਹੀਂ ਬਲਕਿ ਜਾਣਕਾਰੀ ਦੇ ਲੈਣ ਦੇਣ ਕਰਨ ਅਤੇ ਵਿਅਕਤੀਗਤ ਕਹਾਣੀਆਂ ਸੁਣਾਉਣ ਬਾਰੇ ਹੈ। ਇਹ ਇਸ ਕਾਰੋਬਾਰ ਵਿੱਚ ਆਪਣੇ ਵੱਲੋਂ ਲਿਆਏ ਗਏ ਲੋਕਾਂ ਦੀ ਸਫਲਤਾ ਦੀ ਪਰਵਾਹ ਕਰਨੀ ਵੀ ਹੈ। ਉਂਝ ਇਹ ਚੰਗੀ ਗੱਲ ਹੈ ਕਿਉਂਕਿ 20 ਵਿੱਚੋਂ ਕੇਵਲ ਇੱਕ ਵਿਅਕਤੀ ਹੀ ਪੈਦਾਇਸ਼ੀ ਸੇਲਜ਼ਮੈਨ ਹੁੰਦਾ ਹੈ। ਵਿਕਰੀ ਵਿੱਚ ਸਫਲਤਾ ਦੀ ਕੁੰਜੀ ਇਹ ਹੈ ਕਿ ਤੁਸੀਂ ਕੀ ਕਰ ਸਕਦੇ ਹੋ। ਨੈਟਵਰਕ ਮਾਰਕੀਟਿੰਗ ਵਿੱਚ ਸਫਲਤਾ ਦੀ ਕੁੰਜੀ ਇਹ ਹੈ ਕਿ ਤੁਸੀਂ ਕਿੰਨਾ ਦੋਹਰਾ ਕਰ ਸਕਦੇ ਹੋ। ਰਾਬਰਟ: ਕਈ ਵਾਰੀ ਜਦੋਂ ਮੈਂ ਕਹਿੰਦਾ ਹਾਂ ਕਿ ਇਹ ਕਾਰੋਬਾਰ ਵਿਕਰੀ ਬਾਰੇ ਨਹੀਂ ਹੈ ਤਾਂ ਮੈਨੂੰ ਸ਼ੱਕੀ ਪ੍ਰਤੀਕਿਰਿਆ ਮਿਲਦੀ ਹੈ। ਹਾਂ, ਲੇਕਿਨ ਕੀ ਤੁਸੀਂ ਲੋੜ ਤੋਂ ਵੱਧ ਡੂੰਘਾਈ ਵਿੱਚ ਨਹੀਂ ਜਾ ਰਹੇ ਹੋ? ਮੇਰਾ ਮਤਲਬ ਹੈ, ਭਾਵੇਂ ਤੁਸੀਂ ਇਸ ਨੂੰ ਵੇਚਣਾ ਕਹਿ ਲਵੋ ਜਾਂ ਜਾਣਕਾਰੀ ਦਾ ਲੈਣ ਦੇਣ ਕਰਨਾ, ਗੱਲ ਤਾਂ ਉਹੀ ਹੈ। ਕੀ ਇਹ ਕਾਫੀ ਹੱਦ ਤੱਕ ਸ਼ਬਦ ਜਾਲ ਨਹੀਂ ਹੈ? ਜੌਨ: ਨਹੀਂ, ਇਹ ਸ਼ਬਦ ਜਾਲ ਨਹੀਂ ਹੈ ਅਤੇ ਇਹ ਜ਼ਰੂਰਤ ਤੋਂ ਵੱਧ ਡੂੰਘਾ ਵੀ ਨਹੀਂ ਹੈ ਅਤੇ ਇਹ ਦੋਹਰਾ ਜਾਂ ਨਕਲ ਹੀ ਸੇਲਜ਼ ਅਤੇ ਨੈਟਵਰਕ ਮਾਰਕੀਟਿੰਗ ਦਾ ਵਿਚਕਾਰਲਾ ਸਭ ਤੋਂ ਵੱਡਾ ਅੰਤਰ ਹੈ। ਮੈਂ ਉਸ ਵਿਅਕਤੀ ਨੂੰ ਕਹਾਂਗਾ, ਜੇਕਰ ਤੁਸੀਂ ਇੱਕ ਕਮਾਲ ਦੇ ਅਨੂਠੀ ਯੋਗਤਾ ਵਾਲੇ ਸੁਪਰਸਟਾਰ ਸੇਲਜ਼ ਪਰਸਨ ਹੋ ਤਾਂ ਤੁਸੀਂ ਸੇਲਜ਼ ਵਿੱਚ ਬਿਹਤਰੀਨ ਕੈਰੀਅਰ ਬਣਾ ਸਕਦੇ ਹੋ, ਲੇਕਿਨ ਸ਼ਾਇਦ ਨੈਟਵਰਕ ਮਾਰਕੀਟਿੰਗ ਵਿੱਚ ਤੁਹਾਡੀ ਕਾਰਗੁਜ਼ਾਰੀ ਕਮਜ਼ੋਰ ਰਹੇ। ਕਿਉਂਕਿ ਹਾਲਾਂਕਿ ਤੁਸੀਂ ਬਹੁਤ ਸਾਰੇ ਪ੍ਰੋਡਕਟਸ ਵੇਚ ਸਕਦੇ ਹੋ, ਲੇਕਿਨ ਤੁਹਾਡੇ ਨੈਟਵਰਕ ਦੇ ਜ਼ਿਆਦਾਤਰ ਲੋਕ ਤੁਹਾਡੀ ਨਕਲ ਨਹੀਂ ਕਰ ਪਾਉਣਗੇ। ਨਤੀਜਤਨ ਤੁਹਾਡਾ ਨੈਟਵਰਕ ਨਹੀਂ ਵੱਧ ਪਾਏਗਾ ਅਤੇ ਛੇਤੀ ਹੀ ਦਮ ਤੋੜ ਦੇਵੇਗਾ। ਰਾਬਰਟ: ਕਿਉਂਕਿ ਤੁਸੀਂ ਬਚਪਨ ਵਿੱਚ ਹੀ ਇਸ ਦਾ ਸੰਗ ਘੁੱਟ ਦਿੰਦੇ ਹੋ। ਜੌਨ: ਠੀਕ ਗੱਲ ਹੈ ਅਤੇ ਮੈਂ ਕਈ ਵਾਰ ਇੰਜ ਹੁੰਦਿਆਂ ਵੀ ਦੇਖਿਆ ਹੈ। ਮੈਂ ਆਮ ਤੌਰ ਤੇ ਦੇਖਿਆ ਹੈ ਕਿ ਨੈਟਵਰਕ ਮਾਰਕੀਟਿੰਗ ਵਿੱਚ ਜਦੋਂ ਪ੍ਰਤਿਭਾਸ਼ਾਲੀ ਤੇ ਰਚਨਾਤਮਕ ਲੋਕ ਸ਼ੁਰੂਆਤ ਕਰਦੇ ਹਨ ਤਾਂ ਉਹ ਇੱਟ ਦੀ ਇਸ ਕੰਧ ਨਾਲ ਸਿਰ ਟਕਰਾ ਕੇ ਨਾਕਾਮ ਹੋ ਜਾਂਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਆਪਣੀ ਅਨੂਠੀ ਪ੍ਰਵੀਨਤਾ, ਗੁਣਾਂ ਤੇ ਵਿਸ਼ੇਸ਼ ਯੋਗਤਾਵਾਂ ਦਾ ਇਸਤੇਮਾਲ ਕਰਨ ਨਾਲ ਉਹ ਸਫਲ ਹੋ ਸਕਦੇ ਹਨ। ਲੇਕਿਨ ਅਹਿਮ ਸਵਾਲ ਇਹ ਨਹੀਂ ਹੈ ਕਿ ਤੁਸੀਂ ਕੀ ਕਰ ਸਕਦੇ ਹੋ। ਸਵਾਲ ਤਾਂ ਇਹ ਹੈ ਕਿ ਤੁਸੀਂ ਕੀ ਕਰ ਸਕਦੇ ਹੋ ਅਤੇ ਫਿਰ ਦੂਜੇ ਵੀ ਕੀ ਕਰ ਸਕਦੇ ਹਨ। ਮੈਂ ਕੰਪਨੀਆਂ ਨੂੰ ਵੀ ਇਹੀ ਗਲਤੀ ਕਰਦਿਆਂ ਦੇਖਿਆ ਹੈ। ਉਹ ਵਿਅਕਤੀਗਤ ਵਿਕਰੀ ਦੇ ਉੱਚ ਸਤਰਾਂ ਨੂੰ ਬੜਾ ਮਹੱਤਵ ਦਿੰਦੀਆਂ ਹਨ, ਲੇਕਿਨ ਹਰ ਇੱਕ ਨੂੰ ਇਹ ਦਿਖਾਉਣ ਤੇ ਜ਼ਿਆਦਾ ਜ਼ੋਰ ਨਹੀਂ ਦਿੰਦੀਆਂ ਕਿ ਉਹ ਆਪਣੇ ਯਤਨਾਂ ਨਾਲ ਦੂਜਿਆਂ ਰਾਹੀਂ ਇਸ ਨੂੰ ਬਹੁ ਗਿਣਤ ਕਿਵੇਂ ਕਰ ਸਕਦੇ ਹਨ। ਇੱਥੇ ਮੋਹਰੀ ਸੇਲਜ਼ ਪਰਸਨ ਬਣਨ ਦੀ ਯੋਗਤਾ ਨਹੀਂ ਬਲਕਿ ਪਿੱਛਾ ਜਾ ਨਕਲ ਕਰਨ ਦੀ ਯੋਗਤਾ ਜਾਦੂਈ ਕੁੰਜੀ ਹੈ। ਜਦੋਂ ਤਾਈਂ ਨੈਟਵਰਕ ਮਾਰਕੀਟਿੰਗ ਕੰਪਨੀਆਂ ਇਸ ਗੱਲ ਨੂੰ ਸਪਸ਼ਟ ਨਹੀਂ ਕਰਦੀਆਂ ਤਾਂ ਇਸ ਨਾਲ ਉਹਨਾਂ ਦਾ ਵਿਕਾਸ ਦਾ ਇੰਜਨ ਊਰਜਾਵਾਨ ਨਹੀਂ ਬਣ ਪਾਉਂਦਾ, ਯਾਨੀ ਉਹ ਲੋਕ ਜਿਹੜੇ ਆਪਣੇ ਆਪ ਨੂੰ ਡੁਪਲੀਕੇਟ ਕਰਦੇ ਹਨ ਜਾਂ ਆਪਣੇ ਵਰਗੇ ਦੂਜੇ ਲੋਕਾਂ ਨੂੰ ਤਿਆਰ ਕਰਦੇ ਹਨ। ਰਾਬਰਟ: ਇਹ ਮਨਮੋਹਣਾ ਹੈ ਕਿਉਂਕਿ ਜਦੋਂ ਲੋਕ ਵੇਚਣ ਸਮੇਂ ਅਨੂਠੇ ਤਰੀਕਿਆਂ ਨੂੰ ਅਜਮਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਤੁਸੀਂ ਜਾਣਦੇ ਹੋ ਕਿ ਇਹ ਕੀ ਹੈ। ਇਹ ਤਾਂ ਇਸ ਕੁਆਡਰੈਂਟ ਵਾਲੇ ਵਿਅਕਤੀ ਦੀ ਸੋਚ ਹੁੰਦੀ ਹੈ, ਬੀ ਕੁਆਡਰੈਂਟ ਵਰਗੀ ਨਹੀਂ। ਇਸ ਕੁਆਡਰੈਂਟ ਵਿੱਚ ਰਹਿਣ ਵਾਲੇ ਬੇਸ਼ੱਕ ਪ੍ਰਤਿਭਾਸ਼ਾਲੀ, ਰਚਨਾਤਮਕ ਅਤੇ ਅਨੂਠੇ ਬਣੋ, ਲੇਕਿਨ ਬੀ ਕੁਆਡਰੈਂਟ ਵਿੱਚ ਉੱਥੇ ਤਾਂ ਇਹ ਮੌਤ ਦੀ ਕਿਸ ਹੈ। ਹੈਨਰੀ ਫੋਰਡ ਨੇ ਆਪਣੇ ਕਰਮਚਾਰੀਆਂ ਦੀ ਅਨੂਠੀਆਂ ਯੋਗਤਾਵਾਂ ਤੇ ਪ੍ਰਤਿਭਾਵਾਂ ਦੇ ਨੇੜੇ ਤੇੜੇ ਬਿਜ਼ਨਸ ਮਾਡਲ ਬਣਾ ਕੇ ਇੱਕ ਸਾਮਰਾਜ ਨਹੀਂ ਬਣਾਇਆ ਅਤੇ ਧਰਤੀ ਦਾ ਨਕਸ਼ਾ ਨਹੀਂ ਬਦਲਿਆ। ਦੇਖੋ, ਉਹ ਆਪਣੀਆਂ ਕਾਰਾਂ ਨੂੰ ਹੱਥ ਨਾਲ ਬਣਾਉਣ ਲਈ ਮਜ਼ਦੂਰ ਰੱਖ ਸਕਦੇ ਸਨ। ਉਹ ਕਾਰਾਂ ਗਜ਼ਬ ਦੀਆਂ ਹੁੰਦੀਆਂ
ਗੱਡੀਆਂ ਅਤੇ ਸ਼ਾਇਦ ਉਹ ਸੈਂਕੜੇ ਕਾਰਾਂ ਵੇਚ ਵੀ ਸਕਦੇ ਸਨ। ਲੇਕਿਨ ਇਸ ਦੀ ਬਜਾਏ ਉਹਨਾਂ ਨੇ ਇੱਕ ਇਹੋ ਜਿਹਾ ਮਾਡਲ ਤਿਆਰ ਕੀਤਾ ਜਿਸ ਵਿੱਚ ਸਧਾਰਨ ਲੋਕ ਆਪਣਾ ਸਮਾਂ ਅਤੇ ਯਤਨ ਲਾ ਸਕਣ ਅਤੇ ਵਿਆਪਕ ਪੈਮਾਨੇ ਉੱਤੇ ਕਰੋੜਾਂ ਕਾਰਾਂ ਬਣਾ ਸਕਣ। ਫੋਰਡ ਨੇ B ਕੁਆਡਰੈਂਟ ਵਿੱਚ ਰਹਿਣ ਵਾਲੇ ਵਿਅਕਤੀ ਵਾਂਗ ਸੋਚਿਆ। ਜੌਨ, ਮੈਂ ਇੰਜ ਇਸ ਨੂੰ ਨਹੀਂ ਕਹਿੰਦਾ, ਲੇਕਿਨ ਮਾਮਲਾ ਬਿਲਕੁਲ ਇਹੀ ਹੈ। ਜੇਕਰ ਤੁਸੀਂ ਨੈਟਵਰਕ ਮਾਰਕੀਟਿੰਗ ਵਿੱਚ ਸਫਲ ਹੋਣਾ ਚਾਹੁੰਦੇ ਹੋ ਜਾਂ ਤੁਹਾਨੂੰ ਇਸੇ ਤਰੀਕੇ ਨਾਲ ਸੋਚਣਾ ਹੁੰਦਾ ਹੈ, ਇੱਕ ਵਾਰ ਫਿਰ ਤੁਹਾਡੇ ਨੈਟਵਰਕ ਮਾਰਕੀਟਿੰਗ ਕਾਰੋਬਾਰ ਨੂੰ ਅਸਲੀ ਸ਼ਕਤੀ ਇਸ ਨਾਲ ਨਹੀਂ ਮਿਲਦੀ ਕਿ ਤੁਸੀਂ ਕੀ ਕਰ ਸਕਦੇ ਹੋ, ਬਲਕਿ ਇਸ ਗੱਲ ਨਾਲ ਮਿਲਦੀ ਹੈ ਕਿ ਤੁਸੀਂ ਕਿੰਨਾ ਪਿੱਛਾ ਕਰ ਸਕਦੇ ਹੋ। ਦੂਜੇ ਸ਼ਬਦਾਂ ਵਿੱਚ, ਤੁਸੀਂ ਆਪਣਾ ਕਾਰੋਬਾਰ ਇਹੋ ਜਿਹਾ ਬਣਾਉਣਾ ਚਾਹੁੰਦੇ ਹੋ ਜਿਸ ਦੀ ਲਗਭਗ ਹਰ ਵਿਅਕਤੀ ਇੱਕਦਮ ਨਕਲ ਕਰ ਸਕੇ। ਕਿਉਂਕਿ ਤੁਸੀਂ ਜੋ ਕਰਦੇ ਹੋ ਉਸ ਦੀ ਦੂਜਿਆਂ ਰਾਹੀਂ ਨਕਲ ਕਰਾਉਣਾ ਹੀ ਤਾਂ ਉਹ ਕੰਮ ਹੈ ਜਿਹੜਾ ਤੁਸੀਂ ਕਰਵਾਉਣਾ ਚਾਹੁੰਦੇ ਹੋ, ਜਿਹੜਾ ਤੁਹਾਨੂੰ ਕਰਵਾਉਣ ਦੀ ਲੋੜ ਹੈ। ਇਸੇ ਨਾਲ ਤੁਹਾਡੀ ਕਾਮਯਾਬੀ ਨਿਸ਼ਚਿਤ ਹੁੰਦੀ ਹੈ। ਅਸੀਂ ਇੱਕ ਪਲ ਵਿੱਚ ਡੁਪਲੀਕੇਸ਼ਨ ਜਾਂ ਨਕਲ ਦੇ ਇਸ ਵਿਚਾਰ ਵਟਾਂਦਰੇ ਨੂੰ ਅੱਗੇ ਵਧਾਵਾਂਗੇ, ਲੇਕਿਨ ਉਸ ਤੋਂ ਪਹਿਲਾਂ ਮੈਂ ਬਹੁ-ਪੱਧਰੀ ਸ਼ਬਦਾਵਲੀ ਬਾਰੇ ਥੋੜੀ ਜਿਹੀ ਗੱਲਬਾਤ ਕਰਨਾ ਚਾਹੁੰਦਾ ਹਾਂ। ਅਸੀਮ ਬਹੁ-ਪੱਧਰਤਾ ਲਈ ਸੂਚਨਾ ਦੇ ਸੰਦ। ਜੌਨ ਨੇ ਕਿਹਾ, ਡੁਪਲੀਕੇਸ਼ਨ ਹੀ ਰਹੱਸ ਹੈ। ਇਸ ਨੂੰ ਕਹਿਣ ਦਾ ਇੱਕੋ ਹੀ ਤਰੀਕਾ ਇਹ ਹੈ, ਤੁਹਾਡੇ ਕਾਰੋਬਾਰ ਦੀ ਸ਼ਕਤੀ ਇਸ ਬਹੁ-ਪੱਧਰਤਾ ਵਿੱਚ ਹੈ। ਬਹੁ-ਪੱਧਰੀ ਕਾਰੋਬਾਰ ਉਹ ਹੁੰਦਾ ਹੈ ਜਿਸ ਵਿੱਚ ਕਿਸੇ ਵੀ ਪੱਧਰ ਉੱਤੇ ਕੰਮ ਕੀਤਾ ਜਾ ਸਕਦਾ ਹੈ। ਉਦਮੀਆਂ ਦੇ ਮਾਮਲੇ ਵਿੱਚ ਇਹ ਅਕਸਰ ਸਫਲਤਾ ਜਾਂ ਅਸਫਲਤਾ ਦਾ ਅਹਿਮ ਮੁੱਦਾ ਹੁੰਦਾ ਹੈ। ਦੁਨੀਆ ਵਿੱਚ ਇਹੋ ਜਿਹੇ ਕਈ ਸੰਭਾਵਿਤ ਉਦਮੀ ਭਰੇ ਪਏ ਹੋਏ ਹਨ ਜਿਹੜੇ ਅਦਭੁਤ ਕਾਰੋਬਾਰ ਸਥਾਪਿਤ ਕਰ ਲੈਂਦੇ ਹਨ, ਜਦੋਂ ਤੱਕ ਕਿ ਉਹ ਇੰਨੇ ਨਿੱਕੇ ਪੈਮਾਨੇ ਤੇ ਚੱਲਣ ਕਿ ਉਹ ਵਿਅਕਤੀਗਤ ਤੌਰ ਤੇ ਕਾਰੋਬਾਰ ਦੇ ਹਰ ਪਹਿਲੂ ਨੂੰ ਨਿਯੰਤਰਿਤ ਕਰ ਸਕਣ। ਲੇਕਿਨ ਬੜੇ ਘੱਟ ਉਦਮੀ ਇਹ ਗੱਲ ਸਮਝ ਪਾਉਂਦੇ ਹਨ ਕਿ ਆਪਣੇ ਛੋਟੇ ਜਿਹੇ ਬਿਜ਼ਨਸ ਮਾਡਲ ਨੂੰ ਵੱਡਾ ਕਿਵੇਂ ਬਣਾਇਆ ਜਾਵੇ ਤਾਂ ਜੋ ਉਹਨਾਂ ਦੀ ਪ੍ਰਤੱਖ ਭਾਈਵਾਲਤਾ ਤੋਂ ਬਿਨਾਂ ਹੀ ਕਾਰੋਬਾਰ ਵਾਰ-ਵਾਰ ਬਹੁ ਗਿਣਤ ਹੋ ਸਕੇ। ਇਹੀ ਰੇ ਕ੍ਰੌਕ ਦੀ ਪ੍ਰਤਿਭਾ ਦਾ ਰਹੱਸ ਹੈ ਜਿਸ ਨਾਲ ਉਹਨਾਂ ਮੈਕਡੋਨਲਡਸ ਚੇਨ ਬਣਾਈ। ਉਹਨਾਂ ਨੇ ਖਾਸ ਤੌਰ ਤੇ ਪ੍ਰਤਿਭਾਸ਼ਾਲੀ ਰੈਸਤਰਾਂ ਵਾਲਿਆਂ ਦਾ ਇੱਕ ਸ੍ਰੇਸ਼ਟ ਲੋਕਾਂ ਦਾ ਸਮੂਹ ਨਹੀਂ ਖੋਜਿਆ ਜਿਨ੍ਹਾਂ ਵਿੱਚ ਉਹਨਾਂ ਬਹੁਤ ਸਾਰੇ ਰੈਸਤਰਾਂ ਨੂੰ ਚਲਾਉਣ ਦੀ ਉੱਚ ਪੱਧਰੀ ਮਹਾਰਤ ਹੋਵੇ। ਇਸ ਦੀ ਬਜਾਏ ਉਹਨਾਂ ਨੇ ਇੱਕ ਇਹੋ ਜਿਹਾ ਤੰਤਰ ਬਣਾਇਆ ਜਿਸ ਨਾਲ ਮੁਹਾਰਤ ਰੈਸਤਰਾਂ ਵਿੱਚ ਹੀ ਆ ਜਾਵੇ। ਇਹੀ ਕੰਮ ਸਮਾਰਟ ਨੈਟਵਰਕ ਮਾਰਕੀਟਿੰਗ ਕੰਪਨੀਆਂ ਨੇ ਕੀਤਾ। ਕੇਵਲ ਬੇਹੱਦ ਨਿਪੁੰਨ ਬੁਲਾਰਿਆਂ, ਪ੍ਰਸਤੁਤੀਆਂ ਦੇਣ ਵਾਲੇ ਅਤੇ ਸੇਲਜ਼ ਪੀਪਲ ਨੂੰ ਨਿਯੁਕਤ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਉਹਨਾਂ ਨੇ ਸੂਚਨਾ ਸਾਧਨਾਂ ਦੇ ਰੂਪ ਵਿੱਚ ਪ੍ਰਸਤੁਤੀ ਨੂੰ ਸ਼ੈਲੀ ਵਿੱਚ ਹੀ ਸਥਾਪਿਤ ਕਰ ਦਿੱਤਾ। ਅਤੇ ਜਿਵੇਂ ਜੌਨ ਸਪਸ਼ਟ ਕਰਦੇ ਹਨ, ਇਹ ਰਾਤੋਂ ਰਾਤ ਨਹੀਂ ਹੋਇਆ। ਜੌਨ, ਨੈਟਵਰਕ ਮਾਰਕੀਟਿੰਗ ਦੇ ਆਰੰਭਕ ਦਿਨਾਂ ਵਿੱਚ ਇਸ ਦੇ ਮੈਂਬਰਾਂ ਦੇ ਸਾਹਮਣੇ ਇੱਕ ਗੰਭੀਰ ਚੁਣੌਤੀ ਆਈ। ਹਾਲਾਂਕਿ ਇਹ ਸੱਚ ਹੈ ਕਿ ਹਰ ਵਿਅਕਤੀ ਪ੍ਰਸਤੁਤੀ ਦੇਣਾ ਸਿੱਖ ਸਕਦਾ ਹੈ, ਲੇਕਿਨ ਇਹ ਸੱਚ ਨਹੀਂ ਹੈ ਕਿ ਹਰ ਵਿਅਕਤੀ ਪ੍ਰਭਾਵੀ ਪੇਸ਼ਕਸ਼ ਦੇ ਸਕਦਾ ਹੈ। ਇਸ ਦਾ ਮਤਲਬ ਸੀ ਕਿ ਸਿਧਾਂਤਕ ਤੌਰ ਤੇ ਤਾਂ ਕੋਈ ਵੀ ਇਸ ਕਾਰੋਬਾਰ ਵਿੱਚ ਸਫਲ ਹੋ ਸਕਦਾ ਸੀ, ਲੇਕਿਨ ਅਸਲ ਵਿੱਚ ਇੰਜ ਨਹੀਂ ਸੀ। ਆਰੰਭਕ ਦਿਨਾਂ ਵਿੱਚ ਇਹ ਕਾਰੋਬਾਰ ਸੱਚਮੁੱਚ ਬਿਹਤਰੀਨ ਪੇਸ਼ਕਸ਼ ਦੇਣ ਵਾਲੇ ਲੋਕਾਂ ਤੇ ਨਿਰਭਰ ਰਿਹਾ ਅਤੇ ਇਸ ਨਾਲ ਸਫਲ ਹੋਣ ਦਾ ਇੱਕ ਬਹੁਤ ਵੱਡਾ ਹਿੱਸਾ ਇਹ ਸਿੱਖਣਾ ਸੀ ਕਿ ਬਿਹਤਰੀਨ ਪੇਸ਼ਕਸ਼ ਕਿਵੇਂ ਕੀਤੀ ਜਾਵੇ। ਲੇਕਿਨ ਸੇਲਿੰਗ ਦੀ ਤਰ੍ਹਾਂ ਹੀ ਪ੍ਰਭਾਵੀ ਅਤੇ ਪੇਸ਼ੇਵਰ ਪ੍ਰਸਤੁਤੀ ਦੇਣ ਵਿੱਚ ਬਹੁਤ ਘੱਟ ਲੋਕ ਨਿਪੁੰਨ ਹੋ ਪਾਉਂਦੇ ਸੀ। ਇਸ ਕਾਰਨ ਕਾਰੋਬਾਰ ਦੇ ਵਧਣ ਫੁੱਲਣ ਦੀ ਸਮਰੱਥਾ ਕਾਫੀ ਸੀਮਿਤ ਹੋਣ ਲੱਗੀ। ਰਾਬਰਟ, ਅਤੇ ਇੱਥੇ ਹੀ ਪ੍ਰਸਤੁਤੀ ਦਾ ਸਾਧਨ ਫਰੇਮ ਵਿੱਚ ਆਉਂਦੇ ਹਨ। ਜੌਨ, ਸਹੀ ਹੈ। ਸਾਲਾਂ ਪਹਿਲਾਂ ਲੋਕਾਂ ਨੂੰ ਬਰੋਸ਼ਰਸ ਅਤੇ ਸੇਲਜ਼ ਬੁੱਕਸ ਰਾਹੀਂ ਇਸ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹ ਕਾਫੀ ਹੱਦ ਤੱਕ ਕਾਮਯਾਬ ਵੀ ਹੋਏ। ਹਾਲਾਂਕਿ ਆਮ ਆਦਮੀ ਬਿਹਤਰੀਨ ਪੇਸ਼ਕਸ਼ ਤਾਂ ਨਹੀਂ ਦੇ ਸਕਦਾ ਸੀ, ਲੇਕਿਨ ਉਹ ਸੰਭਾਵਿਤ ਗਾਹਕ ਨੂੰ ਆਪਣਾ ਬਰੋਸ਼ਰ ਜਾਂ ਕੈਟਲੌਗ ਜ਼ਰੂਰ ਦਿਖਾ ਸਕਦਾ ਸੀ। ਉਂਝ ਬੁੱਕਲੈਟਸ ਤੇ ਬਰੋਸ਼ਰਸ ਇੰਨੇ ਰੌਚਕ ਨਹੀਂ ਸੀ ਹੁੰਦੇ ਕਿ ਉਹ ਕਿਸੇ ਦੀ ਰੁਚੀ ਨੂੰ ਉਸ ਤਰ੍ਹਾਂ ਜਾਗਰਤ ਕਰ ਦੇਣ ਜਿਵੇਂ ਇੱਕ ਜ਼ਬਰਦਸਤ ਬੁਲਾਰੇ ਦੀ ਬਿਹਤਰੀਨ ਪੇਸ਼ਕਸ਼ ਜਗਾ ਸਕਦੀ ਹੈ। ਉਂਝ ਪਿਛਲੇ ਕੁਝ ਦਹਾਕਿਆਂ ਦੀ ਪ੍ਰਸਤੁਤੀ ਦੀ ਤਕਨੀਕ ਵਿੱਚ ਭਾਰੀ ਬਦਲਾਅ ਆਏ ਹਨ। ਡਿਜੀਟਲ ਟੈਕਨੋਲੋਜੀ ਦੇ ਧਮਾਕੇ ਨਾਲ ਖੇਡ ਦੇ ਮੈਦਾਨ ਨੂੰ ਸਮਾਨ ਬਣਾ ਦਿੱਤਾ ਹੈ। ਡਿਜੀਟਲ ਟੂਲਸ, CD, DVD ਅਤੇ ਆਨਲਾਈਨ ਮੀਡੀਆ ਦੀ ਬਦੌਲਤ ਕਿਸੇ ਸੰਜੀਵ ਪ੍ਰਸਤੁਤੀ ਦੀ ਰੌਚਕਤਾ ਅਤੇ ਪ੍ਰਭਾਵੀ ਗੁਣਵੱਤਾ ਦਾ ਦੁਬਾਰਾ ਦੋਹਨ ਕਰਨਾ ਹੁਣ ਸੰਭਵ ਹੋ ਗਿਆ ਹੈ। ਰਾਬਰਟ, ਮੈਨੂੰ ਇਹ ਗੱਲ ਦਿਲਚਸਪ ਲੱਗਦੀ ਹੈ ਕਿ ਤੁਸੀਂ ਇਸ ਪੁਸਤਕ ਦਾ ਸਿਰਲੇਖ 21ਵੀਂ ਸਦੀ ਦਾ ਕਾਰੋਬਾਰ ਰੱਖਿਆ ਹੈ। ਹਾਲਾਂਕਿ ਇਹ ਕਾਰੋਬਾਰ ਕਈ ਦਹਾਕਿਆਂ ਤੋਂ ਚੱਲਦਾ ਆ ਰਿਹਾ ਹੈ, ਲੇਕਿਨ ਬਹੁਤ ਵਾਸਤਵਿਕ ਅਰਥਾਂ ਵਿੱਚ ਇਹ ਬਿਜ਼ਨਸ ਮਾਡਲ ਇਸੇ ਸਮੇਂ ਆਪਣੀ ਸੱਚੀ ਸੰਭਾਵਨਾ ਤੱਕ ਪਹੁੰਚ ਰਿਹਾ ਹੈ ਅਤੇ ਇਸ ਦਾ ਇੱਕ ਕਾਰਨ ਉਹ ਵੀ ਹੈ ਜਿਸ ਦੇ ਸੰਦਰਭ ਵਿੱਚ ਅਸੀਂ ਗੱਲ ਕਰ ਰਹੇ ਹਾਂ। ਅੱਜ ਜਦੋਂ ਤੁਸੀਂ ਆਪਣਾ ਖੁਦ
ਦਾ ਨੈਟਵਰਕ ਮਾਰਕੀਟਿੰਗ ਕਾਰੋਬਾਰ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਕੋਈ ਲੌਕਿਕ ਬੁਲਾਰੇ ਹੋਣ ਦੀ ਲੋੜ ਨਹੀਂ ਹੈ। ਇੰਜ ਬਣਨ ਦੀ ਕੋਸ਼ਿਸ਼ ਅਸਲ ਵਿੱਚ ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ, ਕਿਉਂਕਿ ਮੈਂ ਫਿਰ ਕਹਿੰਦਾ ਹਾਂ ਕਿ ਇਹ ਬਹੁਤ ਮਹਾਰਤਪੂਰਨ ਯੋਗਤਾ ਹੈ। ਇਸ ਲਈ ਇਸ ਦਾ ਵਿਆਪਕ ਪਿੱਛਾ ਜਾਂ ਨਕਲ ਸੰਭਵ ਨਹੀਂ ਹੈ। ਇਸ ਲਈ ਤੁਸੀਂ ਖੁਦ ਨੂੰ ਪ੍ਰੋਫੈਸ਼ਨਲ ਬੁਲਾਰਾ ਬਣਨ ਤੇ ਅਨੂਠੀ ਪ੍ਰਸਤੁਤੀ ਦੇਣ ਲਈ ਸਿੱਖਿਅਤ ਨਹੀਂ ਕਰਦੇ, ਬਲਕਿ ਉਹਨਾਂ ਬਿਜ਼ਨਸ ਟੂਲਸ ਦਾ ਇਸਤੇਮਾਲ ਕਰਦੇ ਹੋ ਜਿਹੜੀ ਤੁਹਾਡੀ ਕੰਪਨੀ ਨੇ ਤੁਹਾਨੂੰ ਪ੍ਰੈਜੈਂਟੇਸ਼ਨ ਦੇਣ ਲਈ ਦਿੱਤੇ ਹਨ। ਇਹੀ ਨਹੀਂ, ਇਹਨਾਂ ਬਿਜ਼ਨਸ ਟੂਲਸ ਦੀ ਲਾਗਤ ਕਾਫੀ ਘੱਟ ਹੁੰਦੀ ਹੈ, ਇਸ ਲਈ ਵੀ ਕਿਉਂਕਿ ਉਹਨਾਂ ਨੂੰ ਸਸਤਾ ਬਣਾਉਣਾ ਕੰਪਨੀਆਂ ਦੇ ਹਿੱਤ ਵਿੱਚ ਹੁੰਦਾ ਹੈ, ਅਤੇ ਇਸ ਲਈ ਵੀ ਕਿਉਂਕਿ ਟੈਕਨੋਲੋਜੀ ਦੇ ਕਾਰਨ ਇਹ ਸੰਭਵ ਹੋ ਗਿਆ ਹੈ। ਘੱਟ ਲਾਗਤ, ਉੱਚ ਗੁਣਵੱਤਾ ਦੀ ਸੀਡੀਜ਼, DVDs ਅਤੇ ਆਨਲਾਈਨ ਪ੍ਰਸਤੁਤੀਆਂ, ਉੱਚ ਗੁਣਵੱਤਾ ਦੇ ਲਾਈਵ ਆਡੀਓ ਤੇ ਵੀਡੀਓ ਨੇ ਸੱਚਮੁੱਚ ਪ੍ਰਜਾਤੰਤਰਿਕ ਅਤੇ ਬਹੁਪੱਧਰੀ ਨੈਟਵਰਕ ਮਾਰਕੀਟਿੰਗ ਕਾਰੋਬਾਰ ਦੇ ਸੁਪਨੇ ਨੂੰ ਸੰਭਵ ਬਣਾ ਦਿੱਤਾ ਹੈ। ਇਹ ਇੱਕ ਇਹੋ ਜਿਹਾ ਬਿਜ਼ਨਸ ਮਾਡਲ ਬਣ ਗਿਆ ਹੈ ਜਿਸ ਦੀ ਬਦੌਲਤ ਕਰੋੜਾਂ ਲੋਕਾਂ ਨੂੰ ਸ਼ਾਮਲ ਹੋਣ ਉਤੇ ਉੱਤਮ ਬਣਨ ਦਾ ਅਵਸਰ ਮਿਲਦਾ ਹੈ। ਕੀ ਤੁਹਾਨੂੰ ਅਹਿਸਾਸ ਹੈ ਕਿ ਇਸ ਦਾ ਕੀ ਮਤਲਬ ਹੈ? ਇਸ ਦਾ ਮਤਲਬ ਇਹ ਹੈ ਕਿ ਜਦੋਂ ਤੁਸੀਂ ਆਪਣਾ ਨੈਟਵਰਕ ਮਾਰਕੀਟਿੰਗ ਕਾਰੋਬਾਰ ਬਣਾਉਂਦੇ ਹੋ ਤਾਂ ਤੁਸੀਂ ਇੱਕ ਬਹੁਪੱਧਰੀ ਸੰਪਤੀ ਬਣਾ ਰਹੇ ਹੋ। ਸੌਖੀ ਭਾਸ਼ਾ ਵਿੱਚ ਇਸ ਦਾ ਅਰਥ ਇਹ ਹੈ ਕਿ ਤੁਸੀਂ ਆਪਣੇ ਕਾਰੋਬਾਰ ਨੂੰ ਜਿੰਨਾ ਚਾਹੇ ਓਨਾ ਵਧਾ ਸਕਦੇ ਹੋ। ਉਂਝ ਅੱਗੇ ਜਾਣ ਤੋਂ ਪਹਿਲਾਂ ਮੈਨੂੰ ਇੱਕ ਵਾਰ ਫਿਰ ਖਲਨਾਇਕ ਦੀ ਭੂਮਿਕਾ ਨਿਭਾਉਣੀ ਹੋਵੇਗੀ। ਰਾਬਰਟ ਜੌਨ, ਮੈਂ ਤੁਹਾਡੇ ਕੋਲੋਂ ਉਹ ਸਵਾਲ ਪੁੱਛਦਾ ਹਾਂ ਜਿਹੜਾ ਮੈਂ ਕੁਝ ਸੰਦੇਹਵਾਦੀਆਂ ਨੂੰ ਪੁੱਛਦਾ ਸੁਣਿਆ ਹੈ ਜਦੋਂ ਉਹ ਨਕਲ ਕਰਨ ਬਾਰੇ ਵਿੱਚ ਇਸ ਨੁਕਤੇ ਨੂੰ ਸੁਣਦੇ ਹਨ। ਜੇਕਰ ਤੁਹਾਨੂੰ ਸੱਚਮੁੱਚ ਮੋਹਰੀ ਸੇਲਜ਼ ਪਰਸਨ ਬਣਨ ਦੀ ਲੋੜ ਨਹੀਂ ਹੈ ਅਤੇ ਤੁਹਾਨੂੰ ਮਾਹਰ ਬੁਲਾਰਾ ਜਾਂ ਪ੍ਰਸਤੁਤੀ ਦੇਣ ਵਾਲਾ ਬਣਨ ਦੀ ਵੀ ਲੋੜ ਨਹੀਂ ਹੈ, ਤਾਂ ਫਿਰ ਤੁਹਾਨੂੰ ਕੀ ਕਰਨਾ ਹੈ? ਕੰਪਨੀ ਨੂੰ ਤੁਹਾਡੀ ਲੋੜ ਹੀ ਕਿਉਂ ਹੈ? ਜੌਨ, ਤੁਹਾਡੇ ਨੈਟਵਰਕ ਕਾਰਨ। ਇਸ ਲਈ ਇਸ ਨੂੰ ਨੈਟਵਰਕ ਮਾਰਕੀਟਿੰਗ ਕਿਹਾ ਜਾਂਦਾ ਹੈ। ਇਸ ਲਈ ਕੰਪਨੀ ਨੂੰ ਤੁਹਾਡੀ ਲੋੜ ਹੈ, ਇਸੇ ਲਈ ਉਹ ਤੁਹਾਨੂੰ ਭੁਗਤਾਨ ਕਰਦੀ ਹੈ। ਨੈਟਵਰਕ ਮਾਰਕੀਟਰ ਦੇ ਤੌਰ ਤੇ ਤੁਹਾਡਾ ਕੰਮ ਇਹ ਹੁੰਦਾ ਹੈ ਕਿ ਤੁਸੀਂ ਲੋਕਾਂ ਨਾਲ ਸੰਪਰਕ ਕਰੋ, ਉਹਨਾਂ ਨੂੰ ਉਹਨਾਂ ਪ੍ਰੋਡਕਟਸ ਦਾ ਅਨੁਭਵ ਲੈਣ ਲਈ ਸੱਦਾ ਦਿਓ ਜਿਨ੍ਹਾਂ ਬਾਰੇ ਤੁਸੀਂ ਰੋਮਾਂਚਿਤ ਹੋ। ਉਹਨਾਂ ਨੂੰ ਆਪਣੇ ਕੋਲ ਮੌਜੂਦ ਜਾਣਕਾਰੀ ਦੱਸੋ ਅਤੇ ਫਿਰ ਉਹਨਾਂ ਨਾਲ ਦੁਬਾਰਾ ਸੰਪਰਕ ਕਰੋ। ਜਦੋਂ ਉਹ ਇਸ ਕਾਰ ਵਿਹਾਰ ਵਿੱਚ ਤੁਹਾਡੇ ਨਾਲ ਜੁੜਨ ਦਾ ਨਿਰਣਾ ਕਰ ਲੈਣ, ਤਦੋਂ ਤੁਸੀਂ ਉਹਨਾਂ ਨੂੰ ਉਤਸ਼ਾਹ ਨਾਲ ਆਪਣੇ ਅਨੁਭਵ ਦੱਸੋ ਅਤੇ ਤੁਸੀਂ ਜੋ ਸਿੱਖਿਆ ਹੈ ਉਹ ਸਿੱਖਣ ਵਿੱਚ ਉਹਨਾਂ ਦੀ ਮਦਦ ਕਰਦੇ ਹੋ। ਇੱਕ ਵਾਰ ਫਿਰ ਇੱਥੇ ਇਹ ਵੀ ਇਹੋ ਜਿਹੇ ਡਿਜੀਟਲ ਟੂਲਸ ਹਨ ਜਿਹੜੇ ਸਿਖਲਾਈ ਦੀ ਮਹਾਰਤ ਅਤੇ ਬਹੁਤ ਸਾਰੇ ਬੋਝੇ ਨੂੰ ਤੁਹਾਡੇ ਮੋਢਿਆਂ ਤੋਂ ਹਟਾ ਦਿੰਦਾ ਹੈ। ਤੁਹਾਡਾ ਕੰਮ ਸੰਬੰਧ ਬਣਾਉਣਾ ਹੈ, ਗੱਲਬਾਤ ਕਰਨਾ ਹੈ, ਸੰਭਾਵਨਾਵਾਂ ਨੂੰ ਟਟੋਲਣਾ ਹੈ, ਲੋਕਾਂ ਨੂੰ ਜਾਣ ਪਛਾਣ ਵਧਾਉਣਾ ਹੈ ਅਤੇ ਇਸ ਸਮਝਾਉਣ ਵਿੱਚ ਉਹਨਾਂ ਦੀ ਮਦਦ ਕਰਨਾ ਹੈ ਕਿ ਵਪਾਰ ਕਿਸ ਬਾਰੇ ਹੈ। ਤਾਂ ਇਸ ਕਾਰ ਵਿਹਾਰ ਦੇ ਕੁਝ ਹਿੱਸੇ ਹਨ ਜਿੱਥੇ ਇੱਕ ਔਜ਼ਾਰ ਤੁਹਾਡੇ ਕੋਲ ਬਿਹਤਰ ਕੰਮ ਕਰ ਸਕਦਾ ਹੈ। ਇਹ ਪੇਸ਼ਕਸ਼ ਹੈ ਅਤੇ ਕੁਝ ਹੱਦ ਤੱਕ ਸਿਖਲਾਈ, ਲੇਕਿਨ ਕੁਝ ਇਹੋ ਜਿਹੇ ਵੀ ਹਨ ਜਿਨ੍ਹਾਂ ਨੂੰ ਸਿਰਫ ਤੁਸੀਂ ਹੀ ਅਨੂਠੇ ਢੰਗ ਨਾਲ ਕਰ ਸਕਦੇ ਹੋ, ਜਿਵੇਂ ਲੋਕਾਂ ਨਾਲ ਜੁੜਨ ਵਾਲਾ ਹਿੱਸਾ। ਇਹ ਬੁਨਿਆਦੀ ਵਿਚਾਰ ਇਹ ਹੈ, ਨੈਟਵਰਕ ਮਾਰਕੀਟਿੰਗ ਵਿੱਚ ਤੁਸੀਂ ਸੰਦੇਸ਼ ਨਹੀਂ ਸੰਦੇਸ਼ਵਾਹਕ ਹੁੰਦੇ ਹੋ। ਉਹ ਦਿਨ ਲੱਦ ਗਏ ਜਦੋਂ ਤੁਸੀਂ ਸੈਂਪਲ ਦੇਣ ਲਈ ਆਪਣੀ ਗੱਡੀ ਵਿੱਚ ਪ੍ਰੋਡਕਟਸ ਦਾ ਭਾਰੀ ਪੈਕ ਲੱਦੇ ਘੁੰਮਦੇ ਸੀ, ਆਪਣੇ ਲਿਵਿੰਗ ਰੂਮ ਵਿੱਚ ਪੂਰਾ ਰਿਟੇਲ ਸਟੋਰ ਸਜਾ ਲੈਂਦੇ ਸੀ, ਜਾਂ ਪ੍ਰੋਡਕਟਸ ਦੀ ਵਿਸ਼ੇਸ਼ਤਾਵਾਂ ਅਤੇ ਆਰਥਿਕ ਅੰਕੜਿਆਂ ਦੀ ਲੰਮੀਆਂ ਸੂਚੀਆਂ ਰੱਟਦੇ ਸੀ। ਇਹ 21ਵੀਂ ਸਦੀ ਹੈ। ਅੱਜ ਦੀ ਨੈਟਵਰਕ ਮਾਰਕੀਟਿੰਗ ਵਿੱਚ ਇਹ ਸਾਰਾ ਕੰਮ ਇਲੈਕਟ੍ਰੋਨਿਕ ਸਾਧਨਾਂ ਨਾਲ ਹੋ ਜਾਂਦਾ ਹੈ। ਤੁਹਾਡਾ ਕੰਮ ਤਾਂ ਸਿਰਫ ਸੰਪਰਕ ਕਰਨਾ ਅਤੇ ਸੱਦਾ ਦੇ ਕੇ ਬੁਲਾਉਣਾ ਹੈ। ਉਂਝ ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਹਾਨੂੰ ਯੋਗ ਬਣਾਉਣ ਦੀ ਲੋੜ ਨਹੀਂ ਹੈ। ਬਿਲਕੁਲ ਹੈ। ਤੁਹਾਨੂੰ ਉਹ ਯੋਗਤਾਵਾਂ ਵਿਕਸਤ ਕਰਨ ਦੀ ਲੋੜ ਹੈ ਜਿਨ੍ਹਾਂ ਨੂੰ ਅਸੀਂ ਸੰਪਤੀ 1 ਦੇ ਹਿੱਸੇ ਦੇ ਤੌਰ ਤੇ ਦੇਖਿਆ ਹੈ। ਆਤਮ ਵਿਸ਼ਵਾਸ ਪਾਉਣ, ਅਸਵੀਕ੍ਰਿਤੀ ਝੱਲਣ, ਸੰਵਾਦ ਕਰਨ, ਬਿਹਤਰੀਨ ਕਹਾਣੀ ਸੁਣਾਉਣ ਵਾਲਾ ਬਣਨ, ਲੋਕਾਂ ਦੀ ਪਰਵਾਹ ਕਰਨ, ਲੋਕਾਂ ਨੂੰ ਸਿਖਾਉਣ ਅਤੇ ਬਾਕੀ ਹੋਰ ਯੋਗਤਾਵਾਂ। ਲੇਕਿਨ ਇਹ ਇਹੋ ਜਿਹੀਆਂ ਯੋਗਤਾਵਾਂ ਹਨ ਜਿਹੜੀ ਹਰ ਇੱਕ ਲਈ ਮੌਜੂਦ ਹਨ। ਜੇਕਰ ਤੁਸੀਂ ਕਦੇ ਕਿਸੇ ਸੌਕਰ ਲੀਗ, PTA ਸਮੂਹ ਜਾਂ ਚੈਸ ਕਲੱਬ ਨੂੰ ਬਣਾਉਣ ਵਿੱਚ ਮਦਦ ਕੀਤੀ ਹੈ, ਜਾਂ ਕਿਸੇ ਰਾਜਨੀਤਿਕ ਮੁਹਿੰਮ ਜਾਂ ਚਰਚ ਕਮੇਟੀ ਦੇ ਮੈਂਬਰ ਰਹੇ ਹੋ, ਕਦੇ ਲਿਟਲ ਲੀਗ ਨੂੰ ਕੋਚਿੰਗ ਦਿੱਤੀ ਹੋਵੇ ਜਾਂ ਆਪਣਾ ਖੁਦ ਦਾ ਬੈਂਡ ਬਣਾਇਆ ਹੋਵੇ, ਤਾਂ ਤੁਸੀਂ ਜਾਣਦੇ ਹੋ ਕਿ ਨੈਟਵਰਕ ਬਣਾਉਣਾ ਕਿਵੇਂ ਹੁੰਦਾ ਹੈ। ਤੁਸੀਂ ਜੋ ਕਰਦੇ ਹੋ ਉਸ ਦੀ ਨਕਲ ਲਈ ਤੁਹਾਨੂੰ ਬੇਹੱਦ ਯੋਗ ਸੇਲਜ਼ ਪੀਪਲ ਦੀ ਲੋੜ ਨਹੀਂ ਹੁੰਦੀ। ਤੁਹਾਨੂੰ ਤਾਂ ਇਹੋ ਜਿਹੇ ਲੋਕਾਂ ਦੀ ਲੋੜ ਹੁੰਦੀ ਹੈ ਜਿਹੜੇ ਬੁਨਿਆਦੀ ਵਿਹਾਰਿਕ ਅਤੇ ਸੰਵਾਦ ਯੋਗਤਾਵਾਂ ਸਿੱਖਣ ਦੇ ਚਾਹਵੰਦ ਹੋਣ ਅਤੇ ਉਹ ਆਪ ਸੰਕਲਪਵਾਨ ਉਦਮੀ ਅਤੇ ਟੀਮ ਨਿਰਮਾਤਾਵਾਂ ਦੇ ਰੂਪ ਵਿੱਚ ਵਿਕਾਸ ਕਰਨਾ ਚਾਹੁੰਦੇ ਹੋਣ। ਸੰਸਾਰ ਵਿੱਚ ਬਹੁਤ ਘੱਟ ਲੋਕ ਵੇਚਣ ਵਿੱਚ ਸੱਚਮੁੱਚ ਹੀ ਨਿਪੁੰਨ ਹੁੰਦੇ ਹਨ, ਲੇਕਿਨ ਵਿਹਾਰਿਕ ਨਜ਼ਰੀਏ ਨਾਲ ਕੋਈ ਵੀ ਨੈਟਵਰਕ
ਨੈਟਵਰਕਿੰਗ ਕੋਚਿੰਗ ਅਤੇ ਟੀਮ ਬਣਾਉਣ ਵਿੱਚ ਨਿਪੁੰਨ ਬਣ ਸਕਦਾ ਹੈ। ਇਸ ਦਾ ਮਤਲਬ ਹੈ ਕਿ ਨੈਟਵਰਕ ਮਾਰਕੀਟਿੰਗ ਦਾ ਕਾਰੋਬਾਰ ਤੁਹਾਡੇ ਕਰੋੜਾਂ ਗੁਆਂਢੀਆਂ ਲਈ ਖੁੱਲਿਆ ਹੋਇਆ ਹੈ। ਇਸ ਦਾ ਮਤਲਬ ਹੈ ਕਿ ਤੁਹਾਡੇ ਕੋਲ ਇੱਕ ਪ੍ਰਤੀਰੂਪਨ ਅਤੇ ਬਹੁ-ਪੱਧਰੀ ਕਾਰੋਬਾਰ ਹੈ। ਜਦੋਂ ਤੁਸੀਂ ਆਪਣੇ ਨੈਟਵਰਕ ਨੂੰ ਵਧਾ ਕੇ 5 ਅਤੇ 50 ਲੋਕਾਂ ਤੱਕ ਕਰ ਲੈਂਦੇ ਹੋ ਤਾਂ ਤੁਸੀਂ ਉਹਨਾਂ ਬੁਨਿਆਦੀ ਯੋਗਤਾਵਾਂ ਵਿੱਚ ਮਾਹਰ ਹੋ ਜਾਂਦੇ ਹੋ ਜਿਨ੍ਹਾਂ ਦੀ ਲੋੜ ਤੁਹਾਨੂੰ ਇਸ ਨੂੰ ਵਧਾ ਕੇ 500, 5000 ਅਤੇ ਇਸ ਤੋਂ ਵੀ ਅੱਗੇ ਤੱਕ ਲੈ ਜਾਣ ਲਈ ਹੁੰਦੀ ਹੈ ਅਤੇ ਇਸ ਨਾਲ ਅਸੀਂ ਅਗਵਾਈ ਉੱਤੇ ਪਹੁੰਚ ਜਾਂਦੇ ਹਾਂ।